ਯਕੀਨ ਦਾ ਧਾਗਾ। ਮੌਸਮ ਤੇ ਬਹਾਰ ਦਾ ਸੀ, ਪਰ ਉਹਦੇ ਤੇ ਬੀਤ ਰਹੇ ਹਾਲਾਤ ਨੇ ਉਹਦੇ ਅੰਦਰ ਹਰ ਤਪਿਸ਼ ਨੂੰ ਗੁਜ਼ਾਰ ਕੇ ਉਹਨੂੰ ਕੋਲੇ ਵਰਗਾ ਬਣਾ ਦਿੱਤਾ ਸੀ, ਜਿਹਦੇ ਤੇ ਕੋਈ ਤਸੱਲੀ ਵਾਲਾ ਲਹਿਜਾ ਵੀ ਆਪਣਾ ਅਸਰ ਦਿਖਾਉਣ ਤੋਂ ਕਾਸਰ ਰਹਿੰਦਾ। ਕੋਲੇ ਤੇ ਜਦੋਂ ਠੰਡਾ ਪਾਣੀ ਪੈਂਦਾ ਏ, ਉਹ ਟੁੱਟ ਕੇ ਵਿਖਰ ਜਾਂਦਾ ਏ। ਉਹਦਾ ਵੀ ਇਹੋ ਹੀ ਹਾਲ ਸੀ। ਜੇ ਕੋਈ ਵੀ ਗਲਤੀ ਨਾਲ ਉਹਦੀ ਤਬੀਅਤ ਬਾਰੇ ਪੁੱਛਦਾ, ਉਹ ਹੋਸ਼ੋ ਹਵਾਸ ਤੋਂ ਬੇਗਾਨਾ ਹੋ ਜਾਂਦੀ ਸੀ। ਇਹ ਸਭ ਤੋਂ ਅੰਮੀ ਨੂੰ ਲੱਗਦਾ ਸੀ ਜਿਵੇਂ ਉਹਨੂੰ ਜਿਸ ਆਜ਼ਮਾਇਸ਼ ਦਾ ਸਾਹਮਣਾ ਕਰਨਾ ਪਿਆ ਏ, ਉਸ ਤੋਂ ਨਿਕਲਣਾ ਮੁਮਕਿਨ ਨਹੀਂ। ਜ਼ਰੀਸ਼ਾ ਦੀ ਵਿਗੜਦੀ ਹਾਲਤ ਨੇ ਉਹਨੂੰ ਸਾਲਾਂ ਦਾ ਬਿਮਾਰ ਬਣਾ ਦਿੱਤਾ ਸੀ। ਉਹ ਸਾਇਰਾ ਜਮੀਲ, ਜੋ ਸਾਰੀ ਉਮਰ ਦੁੱਖਾਂ ਵਿੱਚ ਗੁਜ਼ਾਰ ਕੇ ਹੌਸਲੇ ਨਾਲ ਜਿਉਂਦੀ ਆਈ, ਇਕਲੌਤੀ ਧੀ ਦੇ ਗਮ ਨੇ ਉਹਦੀ ਸਾਰੀ ਹਿੰਮਤ ਖੋਹ ਲਈ ਸੀ। ਕੁਝ ਵੀ ਸਮਝ ਨਹੀਂ ਆ ਰਿਹਾ ਸੀ ਕਿ ਜ਼ਰੀਸ਼ਾ ਨੂੰ ਹੋ ਕੀ ਰਿਹਾ ਏ। ਉਹ ਬੈਠੇ ਬੈਠੇ ਰੋਵਣ ਲੱਗਦੀ ਤੇ ਰੋ ਕੇ ਕਹਿ ਲਾਵਣ ਲੱਗਦੀ, ਜਿਹਦੇ ਨਾਲ ਉਹਦਾ ਸਾਹ ਫੁੱਲ ਜਾਂਦਾ। ਫਿਰ ਉਹ ਚੀਕਾਂ ਮਾਰ ਕੇ ਬੇਹੋਸ਼ ਹੋ ਜਾਂਦੀ। ਜਦੋਂ ਅੱਖ ਖੁੱਲ੍ਹਦੀ ਤੇ ਉਹ ਅੰਮੀ ਦੀ ਝੋਲੀ ਵਿੱਚ ਹੁੰਦੀ ਤੇ ਉਹਨਾਂ ਨੂੰ ਮਿਲ ਕੇ ਰੋਵਣ ਲੱਗਦੀ। ਅੰਮੀ ਨੂੰ ਫਿਕਰ ਸੀ ਕਿ ਇਹ ਹੋ ਕਿਉਂ ਰਿਹਾ ਏ। ਇੱਕ ਦਿਨ ਮੌਲਵੀ ਸਾਹਿਬ ਦੀ ਬੀਵੀ ਜ਼ਰੀਸ਼ਾ ਦੀ ਖੈਰੀਅਤ ਪੁੱਛਣ ਉਹਨਾਂ ਦੇ ਘਰ ਆਈ। ਭੈਣ, ਮੈਨੂੰ ਲੱਗਦਾ ਹੈ ਬੱਚੀ ਜਾਂ ਤੇ ਡਰ ਗਈ ਹੈ ਜਾਂ ਉਹਦੇ ਤੇ ਕੋਈ ਭੂਤ ਪ੍ਰੀਤ ਦਾ ਸਾਇਆ ਏ। ਉਹਨੇ ਜ਼ਰੀਸ਼ਾ ਨੂੰ ਵੇਖ ਕੇ ਆਹਿਸਤਾ ਆਹਿਸਤਾ ਆਖਿਆ ਤੇ ਜ਼ਰੀਸ਼ਾ ਝੱਟ ਉੱਠ ਬੈਠੀ। ਮੈਨੂੰ ਕੁਝ ਨਹੀਂ ਹੋਇਆ, ਮੈਂ ਠੀਕ ਹਾਂ। ਭੂਤ ਪ੍ਰੀਤ ਦਾ ਨਾਂ ਸੁਣ ਕੇ ਉਹ ਥਰ ਥਰ ਕੰਬਣ ਲੱਗ ਗਈ ਤੇ ਖੌਫ ਨਾਲ ਸਿਮਟ ਗਈ, ਕਿਉਂਕਿ ਉਹ ਫਿਤਰਤਨ ਇੱਕ ਡਰਪੋਕ ਲੜਕੀ ਸੀ ਜੋ ਖੁਦ ਨਹੀਂ ਜਾਣਦੀ ਸੀ ਕਿ ਉਸ ਦੇ ਨਾਲ ਇਹ ਕਿਉਂ ਹੋ ਰਿਹਾ ਹੈ। ਵਜ੍ਹਾ ਇਹ ਸੀ ਕਿ ਕੁਝ ਰੋਜ਼ ਪਹਿਲਾਂ ਉਸ ਦੀ ਮਾਮੀ ਦੀ ਵਫਾਤ ਹੋਈ। ਉਹ ਅੰਮੀ ਨਾਲ ਉੱਥੇ ਗਈ। ਸਭ ਦੇ ਵਹਿਣ ਸੁਣ ਕੇ ਉਸ ਦਾ ਨਾਜ਼ੁਕ ਦਿਲ ਸਹਿਮ ਗਿਆ ਤੇ ਜਦੋਂ ਮਈਅਤ ਤੇ ਨਜ਼ਰ ਪਈ, ਉਹ ਲਮਹਾ ਉਸ ਦੀ ਅੱਖਾਂ ਵਿੱਚ ਨਕਸ਼ ਹੋ ਗਿਆ। ਘਰ ਵਾਪਸ ਆ ਕੇ ਵੀ ਮਾਮੀ ਦਾ ਚਿਹਰਾ ਉਹਦੇ ਸਾਹਮਣੇ ਤੋਂ ਨਾ ਹਟਿਆ। ਰਾਤੀ ਸੌਣ ਵਕਤ ਉਹ ਡਰਨ ਲੱਗੀ। ਉਹਨੂੰ ਲੱਗਦਾ ਸੀ ਜਿਵੇਂ ਉਹ ਅੱਖ ਖੋਲ੍ਹੇਗੀ ਤੇ ਮਾਮੀ ਕਫਨ ਪਾ ਕੇ ਉਸ ਦੇ ਸਾਹਮਣੇ ਖੱਲੀ ਹੋਵੇਗੀ। ਇਹ ਖੌਫ ਉਸ ਦੇ ਦਿਮਾਗ ਤੇ ਇਸ ਕਦਰ ਕਾਬਜ਼ ਹੋ ਗਿਆ ਕਿ ਉਹ ਅਜੀਬੋ-ਗਰੀਬ ਹਰਕਤਾਂ ਕਰਨ ਲੱਗੀ। ਹੁਣ ਬਗੈਰ ਤਹਿਕੀਕ ਤੇ ਤਸਦੀਕ ਕੀਤੇ ਉਸ ਦੇ ਬਾਰੇ ਵਿੱਚ ਜਿਨ ਵਗੈਰਾ ਦੀ ਅਫਵਾਹਾਂ ਫੈਲਣ ਲੱਗੀਆਂ। ਮੈਂ ਕੱਲ੍ਹ ਹੀ ਇਹਨੂੰ ਕਿੱਥੇ ਦਮ ਕਰਵਾਉਣ ਲੈ ਜਾਵਾਂਗੀ। ਉਸ ਦੀ ਅੰਮੀ ਨੇ ਜ਼ਰੀਸ਼ਾ ਵੱਲ ਵੇਖਿਆ ਤੇ ਮੌਲਵੀ ਦੀ ਬੀਵੀ ਨੂੰ ਜਵਾਬ ਦਿੱਤਾ। ਅਗਲੇ ਦਿਨ ਅੰਮੀ ਜ਼ਰੀਸ਼ਾ ਨੂੰ ਇੱਕ ਔਰਤ ਦੇ ਕੋਲ ਲੈ ਕੇ ਗਈ, ਜਿਨ੍ਹਾਂ ਨੇ ਦੱਸਿਆ ਕਿ ਉਹ ਕਿਸੇ ਚੀਜ਼ ਤੋਂ ਖੌਫ ਖਾ ਰਹੀ ਹੈ। ਉਹਨੇ ਇੱਕ ਤਾਵੀਜ਼ ਬਣਾ ਕੇ ਜ਼ਰੀਸ਼ਾ ਦੇ ਗਲੇ ਵਿੱਚ ਪਾ ਦਿੱਤਾ ਕਿ ਹੁਣ ਉਹ ਨਹੀਂ ਡਰੇਗੀ ਤੇ ਨਾਲੇ ਪੀਣ ਲਈ ਪਾਣੀ ਦਮ ਕਰਕੇ ਦਿੱਤਾ। ਕੁਝ ਦਿਨ ਬਾਅਦ ਜ਼ਰੀਸ਼ਾ ਦੀ ਤਬੀਅਤ ਸੰਭਲਣ ਲੱਗੀ। ਹੁਣ ਉਹ ਸੌਂਦੇ ਵਿੱਚ ਨਹੀਂ ਡਰਦੀ ਸੀ, ਬਲਕਿ ਜਦ ਉਹਦੀ ਅੱਖ ਖੁੱਲ੍ਹਦੀ, ਉਹ ਗਲੇ ਵਿੱਚ ਪਏ ਤਾਵੀਜ਼ ਨੂੰ ਮਜ਼ਬੂਤੀ ਨਾਲ ਪਕੜ ਲੈਂਦੀ ਤੇ ਸਕੂਨ ਨਾਲ ਕਲਮਾ ਪੜ੍ਹ ਕੇ ਵਾਪਸ ਸੌ ਜਾਂਦੀ। ਦਿਨ ਐਵੇਂ ਗੁਜ਼ਰਦੇ ਗਏ। ਕੁਝ ਮਹੀਨੇ ਬਾਅਦ ਜ਼ਰੀਸ਼ਾ ਦਾ ਇੱਕ ਵੱਡੀ ਜਗ੍ਹਾ ਰਿਸ਼ਤਾ ਤੈਅ ਹੋ ਗਿਆ। ਸ਼ਾਦੀ ਦੇ ਦਿਨ ਰੱਖੇ ਜਾ ਚੁੱਕੇ ਸਨ। ਅੰਮੀ ਦੇ ਕਹਿਣ ਤੇ ਜ਼ਰੀਸ਼ਾ ਨੇ ਤਾਵੀਜ਼ ਲਾ ਦਿੱਤਾ, ਕਿਉਂਕਿ ਹੁਣ ਉਹ ਮੁਕੰਮਲ ਠੀਕ ਹੋ ਚੁੱਕੀ ਸੀ। ਪਰ ਹੁਣ ਉਹ ਦੁਬਾਰਾ ਹਰ ਗੱਲ ਦੇ ਚੌਂਕ ਜਾਂਦੀ। ਕੋਈ ਆਹਟ ਹੁੰਦੀ ਤੇ ਡਰ ਜਾਂਦੀ। ਅੰਮੀ ਨੇ ਉਹਦੀ ਉਦਾਸੀ ਦੀ ਵਜ੍ਹਾ ਉਸ ਦੀ ਸ਼ਾਦੀ ਸਮਝੀ, ਜਿਹੜੀ ਕਰੀਬ ਆ ਰਹੀ ਸੀ। ਇੱਕ ਰਾਤ ਜ਼ਰੀਸ਼ਾ ਸਕੂਨ ਨਾਲ ਸੋ ਰਹੀ ਸੀ ਤੇ ਸਾਇਰਾ ਬੇਗਮ ਦੂਸਰੇ ਕਮਰੇ 'ਚ ਆਪਣੀ ਭੈਣ ਨਾਲ ਮਿਲ ਕੇ ਉਹਦੇ ਜਹੇਜ਼ ਦੀਆਂ ਚੀਜ਼ਾਂ ਵੱਖਰੀਆਂ ਕਰ ਰਹੀ ਸੀ ਕਿ ਉਹਨੂੰ ਜ਼ਰੀਸ਼ਾ ਦੀ ਚੀਖ ਸੁਣਾਈ ਦਿੱਤੀ। ਅੱਲਾ ਖੈਰ, ਇਸ ਨੂੰ ਕੀ ਹੋ ਗਿਆ ਏ? ਉਹ ਦੋਵੇਂ ਭੱਜਦੀਆਂ ਹੋਈਆਂ ਉਸ ਦੇ ਕਮਰੇ ਵਿੱਚ ਪਹੁੰਚੀਆਂ। ਵੇਖਿਆ ਕਿ ਜ਼ਰੀਸ਼ਾ ਸੁੱਤੇ ਸੁੱਤੇ ਚੀਖ ਰਹੀ ਸੀ। ਉਸ ਦਾ ਪੂਰਾ ਜਿਸਮ ਪਸੀਨੇ ਨਾਲ ਭਰਿਆ ਹੋਇਆ ਸੀ ਤੇ ਉਹ ਮੁਸਲਸਲ ਕੰਬਦੀ ਪਈ ਸੀ। ਜ਼ਰਸ਼ੀ ਬਿਟਿਆ, ਤੈਨੂੰ ਕੀ ਹੋ ਗਿਆ ਏ? ਅੰਮੀ ਨੇ ਉਹਨੂੰ ਗੱਲ ਨਾਲ ਲਾ ਲਿਆ। ਖਾਲਾ ਵੀ ਹੈਰਾਨ ਸਨ ਕਿ ਅਚਾਨਕ ਜ਼ਰੀਸ਼ਾ ਨੂੰ ਕੀ ਹੋ ਗਿਆ।
ਉਹਨੂੰ ਆਪਣੀ ਪਨਈ ਬਹੁਤ ਪਿਆਰੀ ਸੀ, ਜਿਸ ਦੇ ਪਿਓ ਦਾ ਸਾਇਆ ਨਿੱਕੀਆਂ ਹੁੰਦਿਆਂ ਹੀ ਉਸ ਦੇ ਸਰ ਤੋਂ ਉੱਠ ਗਿਆ ਸੀ ਤੇ ਛੋਟੀ ਭੈਣ ਯਾਨੀ ਸਾਇਰਾ ਬੇਗਮ ਨੇ ਉਸ ਦੀ ਪਰਵਰਿਸ਼ ਨਾਜ਼ ਨਾਲ ਕੀਤੀ ਸੀ। ਹੁਣ ਜਦੋਂ ਪਰਾਈ ਹੋਵਣ ਜਾ ਰਹੀ ਸੀ ਤਾਂ ਇਸ ਵਾਕਿਏ ਨੇ ਉਹਨੂੰ ਪਰੇਸ਼ਾਨੀ ਵਿੱਚ ਮੁਬਤਲਾ ਕਰ ਦਿੱਤਾ। ਸਾਇਰਾ, ਇਸ ਨੂੰ ਕੀ ਹੋ ਗਿਆ ਹੈ? ਕੁਝ ਘੰਟੇ ਬਾਅਦ ਜਦੋਂ ਠੀਕ ਹੋਈ ਤੇ ਅੰਮੀ ਨੇ ਉਹਨੂੰ ਸਵਾਇਆ ਤੇ ਖਾਲਾ ਨੇ ਉਹਨਾਂ ਤੋਂ ਸਵਾਲ ਕੀਤਾ, ਪਤਾ ਨਹੀਂ ਹੈ ਕਿਵੇਂ ਹੋਇਆ। ਪਹਿਲਾਂ ਵੀ ਜ਼ਰੀ ਡਰ ਜਾਂਦੀ ਸੀ, ਪਰ ਫਿਰ ਤਵੀਜ਼ ਗਲੇ ਵਿੱਚ ਪਾ ਕੇ ਰੱਖਿਆ ਹੋਇਆ ਸੀ ਤਾਂ ਕਿ ਉਹਨੂੰ ਖੌਫ ਮਹਿਸੂਸ ਨਾ ਹੋਵੇ। ਹੁਣ ਉਸ ਮਾਈ ਜੀ ਦੇ ਕਹਿਣ ਤੇ ਉਹਨੇ ਤਾਵੀਜ਼ ਉਤਾਰ ਦਿੱਤਾ। ਕੱਲ ਉਸ ਦੀ ਸ਼ਾਦੀ ਏ, ਸਸੁਰਾਲ ਵਾਲੇ ਇਤਰਾਜ਼ ਨਾ ਕਰਨ। ਪਰ ਕੁਝ ਦਿਨਾਂ ਤੋਂ ਜ਼ਰੀ ਦਾ ਰਵੱਈਆ ਅਜੀਬ ਹੋ ਗਿਆ ਹੈ। ਉਹ ਦੁਬਾਰਾ ਡਰਨ ਤੇ ਚੀਖਣ ਲੱਗੀ ਏ। ਸਾਇਰਾ ਬੇਗਮ ਨੇ ਆਪਣੀ ਬਹਿਨ ਨੂੰ ਦੱਸਿਆ। ਓ, ਤੇ ਇਹ ਗੱਲ ਏ। ਸਮੀਨਾ ਬੇਗਮ ਨੇ ਪੂਰੀ ਗੱਲ ਸੁਣ ਕੇ ਸਰ ਹਿਲਾਇਆ ਤੇ ਭੈਣ ਨੂੰ ਤਸੱਲੀ ਦਿੱਤੀ ਕਿ ਫਿਕਰ ਨਾ ਕਰ, ਸਭ ਠੀਕ ਹੋ ਜਾਸੀ। ਇਸ ਤੇ ਸਾਇਰਾ ਬੇਗਮ ਨੇ ਨਮ ਅੱਖਾਂ ਨਾਲ ਅਸਮਾਨ ਵੱਲ ਵੇਖਿਆ, ਜਿਵੇਂ ਅਸ਼ਕਾਂ ਦੀ ਜ਼ਬਾਨ ਵਿੱਚ ਅੱਲਾ ਤੋਂ ਸਭ ਠੀਕ ਹੋਵਣ ਦੀ ਇਲਤਜਾ ਕੀਤੀ ਹੋਵੇ। ਜ਼ਰੀਸ਼ਾ ਬੱਚੇ, ਜ਼ਰਾ ਇੱਥੇ ਆਣਾ। ਅਗਲੀ ਦੁਪਹਿਰ ਸਮੀਨਾ ਬੇਗਮ ਨੇ ਜ਼ਰੀਸ਼ਾ ਨੂੰ ਆਪਣੇ ਕੋਲ ਬੁਲਾਇਆ। ਜੀ ਖਾਲਾ, ਬੋਲੇ। ਜ਼ਰੀਸ਼ਾ ਨੇ ਆ ਕੇ ਫਰਮਾ ਬਰਦਾਨੀ ਨਾਲ ਆਖਿਆ, ਲੋ ਬੱਚੀ, ਇਹ ਧਾਗਾ ਗਲੇ ਵਿੱਚ ਪਾ ਲਓ। ਉਹਨਾਂ ਨੇ ਜ਼ਰੀਸ਼ਾ ਨੂੰ ਇੱਕ ਸਿਆਹ ਰੰਗ ਦਾ ਧਾਗਾ ਦਿੱਤਾ ਜੋ ਕਈ ਪਰਤ ਵਿੱਚ ਪਰੋਇਆ ਹੋਇਆ ਸੀ ਤੇ ਜਿਹਦੇ ਉੱਤੇ ਗਿਰਾ ਲੱਗੀ ਹੋਈ ਸੀ। ਆਪਾਂ ਇਹ ਕਿਹ ਲਈ? ਸਾਇਰਾ ਬੇਗਮ, ਜੋ ਸੁਬਾ ਉਹਨਾਂ ਨੂੰ ਉਹ ਧਾਗਾ ਹੱਥ ਵਿੱਚ ਵੇਖ ਚੁੱਕੀ ਸੀ, ਉਹਨੇ ਸਵਾਲ ਕੀਤਾ। ਇਹ ਇਸ ਲਈ ਤਾਂ ਕਿ ਸਾਡੀ ਧੀ ਕਿਸੇ ਵੀ ਚੀਜ਼ ਤੋਂ ਡਰ ਨਾ ਜਾਵੇ। ਸਮੀਨਾ ਬੇਗਮ ਨੇ ਹਲਕਾ ਜਿਹਾ ਮੁਸਕਰਾ ਕੇ ਆਖਿਆ, ਖਾਲਾ, ਇਹ ਦਮ ਵਾਲਾ ਧਾਗਾ ਏ। ਜ਼ਰੀਸ਼ਾ ਦੇ ਸਵਾਲ ਤੇ ਉਹ ਦੋਨੋਂ ਭੈਣਾਂ ਹੈਰਾਨ ਹੋਈਆਂ, ਪਰ ਸਮੀਨਾ ਬੇਗਮ ਨੇ ਫੌਰਨ ਸਰ ਹਿਲਾ ਕੇ ਹਾਂ ਕੀਤਾ। ਠੀਕ ਹੈ, ਮੈਂ ਇਹਨੂੰ ਪਾ ਲੈਂਦੀ ਹਾਂ। ਜ਼ਰੀਸ਼ਾ ਨੇ ਜਲਦੀ ਨਾਲ ਉਹ ਧਾਗਾ ਗਲੇ 'ਚ ਪਾਇਆ ਤੇ ਮੁਸਕਰਾਉਂਦੀ ਹੋਈ ਕਮਰੇ ਵਿੱਚ ਚਲੀ ਗਈ। ਆਪਾਂ ਇਹ ਸਭ? ਸਾਇਰਾ ਬੇਗਮ ਦੇ ਮੂੰਹ ਵਿੱਚ ਸਵਾਲ ਸੀ ਕਿ ਸਮੀਨਾ ਬੇਗਮ ਨੇ ਹੱਥ ਦੇ ਇਸ਼ਾਰੇ ਨਾਲ ਉਹਨਾਂ ਨੂੰ ਚੁੱਪ ਰਹਿਣ ਦਾ ਆਖਿਆ। ਮੈਂ ਬਾਅਦ ਵਿੱਚ ਦੱਸਾਂਗੀ। ਉਹਨਾਂ ਨੇ ਇੱਕ ਜੁਮਲੇ 'ਚ ਗੱਲ ਖ਼ਤਮ ਕੀਤੀ ਤੇ ਸ਼ਾਦੀ ਦੇ ਇੰਤਜ਼ਾਮਾਤ ਬਾਰੇ ਪੁੱਛਣ ਲੱਗ ਪਈਆਂ। ਅਗਲੇ ਇੱਕ ਹਫ਼ਤੇ ਵਿੱਚ ਜ਼ਰੀਸ਼ਾ ਵਿਆਹ ਕਰਕੇ ਆਪਣੇ ਸਸੁਰਾਲ ਆ ਗਈ। ਜੁਨੇਦ ਬੜਾ ਖਿਆਲ ਰੱਖਣ ਵਾਲਾ ਸ਼ੌਹਰ ਸਾਬਿਤ ਹੋਇਆ। ਇਸੀ ਦੌਰਾਨ ਉਹਦੀ ਸੱਸ ਫੌਤ ਹੋ ਗਈ ਤੇ ਜ਼ਰੀਸ਼ਾ ਨੇ ਅੱਛੀ ਨੂੰਹ ਦੀ ਤਰ੍ਹਾਂ ਸਭ ਕੁਝ ਅੱਛੇ ਨਾਲ ਸੰਭਾਲ ਲਿਆ। 1 ਮਹੀਨੇ ਬਾਅਦ ਜਦੋਂ ਉਹ ਆਪਣੀ ਅੰਮੀ ਤੇ ਸਮੀਨਾ ਖਾਲਾ ਨੂੰ ਮਿਲਣ ਗਈ ਤੇ ਖਾਲਾ ਨੇ ਵੇਖਿਆ ਕਿ ਉਹ ਧਾਗਾ ਹਜੇ ਵੀ ਜ਼ਰੀਸ਼ਾ ਦੇ ਗਲ ਵਿੱਚ ਮੌਜੂਦ ਹੈ। ਆਪਾਂ ਹੁਣ ਤੇ ਦੱਸ ਦਿਓ ਕਿ ਇਸ ਧਾਗੇ ਦਾ ਰਾਜ਼ ਕੀ ਏ, ਕਿਉਂਕਿ ਉਹ ਧਾਗਾ ਤੇ ਤੁਸੀਂ ਮੇਰੇ ਤੋਂ ਮੰਗਿਆ ਸੀ ਤੇ ਫਿਰ ਉਸ ਦੀ ਪਰਤੇ ਲਪੇਟ ਕੇ ਗਿਰਾ ਲਾਈ ਸੀ। ਮੈਂ ਜਾਣਦੀ ਹਾਂ ਤੁਹਾਡਾ ਰੂਹਾਨੀ ਇਲਮ ਜਾਂ ਐਸੀ ਕਿਸੇ ਚੀਜ਼ ਨਾਲ ਕੋਈ ਵਾਸਤਾ ਨਹੀਂ, ਫਿਰ ਤੁਹਾਡੇ ਦਿੱਤੇ ਧਾਗੇ ਦੀ ਵਜ੍ਹਾ ਤੋਂ ਜ਼ਰੀਸ਼ਾ ਕਦੀ ਡਰੀ ਕਿਉਂ ਨਹੀਂ? ਤੇ ਉਸ ਦੀ ਸੱਸ ਦੀ ਮਈਅਤ ਵੀ ਕੋਲ ਹੀ ਮੌਜੂਦ ਰਹੀ। ਨਾ ਜੁਨੇਦ ਨੇ ਐਸਾ ਕੁਝ ਮਹਿਸੂਸ ਕੀਤਾ ਕਿ ਉਹ ਸੁੱਤੀ ਪਈ ਕਦੀ ਚੀਖੀ ਜਾਂ ਰੋਈ ਹੋਵੇ। ਮੈਨੂੰ ਵਜ੍ਹਾ ਦੱਸੋ, ਇਹ ਕਿਵੇਂ ਹੋਇਆ? ਸਾਇਰਾ ਬੇਗਮ ਨੇ ਇਤਨੇ ਵਕਤ ਤੋਂ ਮਚਲ ਰਹੇ ਸਵਾਲ ਦਾ ਜਵਾਬ ਅੱਜ ਜਾਣਨਾ ਚਾਹਿਆ। ਦੱਸ ਦੇਨੀ ਆ। ਸਮੀਨਾ ਬੇਗਮ ਤੇ ਆਖਣ ਤੇ ਜ਼ਰੀਸ਼ਾ ਵੀ ਕਮਰੇ ਦੇ ਬਾਹਰ ਖਲੋ ਗਈ, ਕਿਉਂਕਿ ਉਸਨੇ ਆਪਣੀ ਅੰਮੀ ਦਾ ਸਵਾਲ ਸੁਣ ਲਿਆ ਸੀ। ਹੁਣ ਉਹ ਵੀ ਮੁੰਤਜ਼ਰ ਥੀ ਕਿ ਖਾਲਾ ਨੇ ਐਸਾ ਕੀ ਕੀਤਾ। ਗੱਲ ਇਹ ਹੈ ਕਿ ਜਦੋਂ ਤੁਸੀਂ ਦੱਸਿਆ ਕਿ ਫਜ਼ੀਲਾ ਭੈਣ ਦੀ ਵਫਾਤ ਦੇ ਬਾਅਦ ਜ਼ਰੀਸ਼ਾ ਦਾ ਰਵੱਈਆ ਅਜੀਬ ਹੋਇਆ ਤੇ ਉਹ ਡਰਨ ਲੱਗੀ ਸੀ ਤੇ ਤੁਸੀਂ ਉਹਨੂੰ ਕਿਸੇ ਮਾਏ ਦੇ ਕੋਲ ਲਿਜਾ ਕੇ ਉਹਦੇ ਲਈ ਤਵੀਜ਼ ਦਿੱਤਾ, ਤਾਂ ਜ਼ਰੀਸ਼ਾ ਦੀ ਹਾਲਤ ਬਿਹਤਰ ਹੋਣ ਲੱਗ ਪਈ। ਫਿਰ ਸ਼ਾਦੀ ਤੇ ਤੁਸੀਂ ਉਹ ਤਵੀਜ਼ ਉਤਰਵਾ ਦਿੱਤਾ ਤੇ ਜ਼ਰੀਸ਼ਾ ਫਿਰ ਤੋਂ ਡਰਨ ਲੱਗੀ ਤੇ ਮੈਂ ਮਹਿਸੂਸ ਕੀਤਾ ਕਿ ਉਹ ਸਭ ਉਸ ਤਵੀਜ਼ ਦੀ ਵਜ੍ਹਾ ਤੋਂ ਹੋਇਆ ਤੇ ਮੈਂ ਉਹ ਧਾਗਾ ਉਸ ਦੇ ਗਲੇ ਵਿੱਚ ਪਹਿਨਾਉਣ ਦੀ ਗੱਲ ਕੀਤੀ ਤੇ ਜ਼ਰੀਸ਼ਾ ਫਿਰ ਤੋਂ ਠੀਕ ਹੋ ਗਈ। ਪਰ ਉਸ ਧਾਗੇ ਵਿੱਚ ਐਸਾ ਕੀ ਸੀ ਆਪਾ? ਸਾਇਰਾ ਬੇਗਮ ਨੇ ਬੇਤਾਬੀ ਨਾਲ ਪੁੱਛਿਆ। ਉਸ ਧਾਗੇ ਵਿੱਚ ਕੁਝ ਨਹੀਂ ਸੀ ਸਿਵਾਏ ਇੱਕ ਯਕੀਨ ਦੇ ਜੋ ਜ਼ਰੀਸ਼ਾ ਨੂੰ ਸੀ ਕਿ ਜਦ ਤੱਕ ਉਹ ਧਾਗਾ ਉਸ ਦੇ ਗਲੇ ਵਿੱਚ ਰਹੇਗਾ ਉਹਨੂੰ ਕਦੀ ਕੁਝ ਨਹੀਂ ਹੋ ਸਕਦਾ। ਦੇਖੋ, ਜੋ ਤਾਵੀਜ਼ ਤੁਸੀਂ ਲਾਏ ਸੀ,
ਨਾ ਜਾਣੇ ਉਸ ਦਾ ਅਸਰ ਜ਼ਰੀਸ਼ਾ 'ਤੇ ਹੋਇਆ ਕਿ ਨਹੀਂ, ਪਰ ਉਹਨੂੰ ਇਹ ਇਤਮਨਾਨ ਸੀ ਕਿ ਇਸ ਤਾਵੀਜ਼ ਦੀ ਵਜ੍ਹਾ ਤੋਂ ਕੋਈ ਚੀਜ਼ ਉਸ ਦੇ ਕੋਲ ਨਹੀਂ ਆਵੇਗੀ, ਤੇ ਉਹ ਬੇਖੌਫ ਹੋ ਕੇ ਸੋ ਜਾਇਆ ਕਰਦੀ ਸੀ। ਫਿਰ ਜਦੋਂ ਉਹ ਤਾਵੀਜ਼ ਉਸ ਤੋਂ ਦੂਰ ਹੋਇਆ ਤੇ ਉਹਨੂੰ ਲੱਗਾ ਕਿ ਜਿਵੇਂ ਉਸ ਦਾ ਮੁਹਾਫਿਜ਼ ਛਿਨ ਗਿਆ ਹੈ, ਹੁਣ ਕੋਈ ਸ਼ੈ ਉਸ ਦੀ ਹਿਫਾਜ਼ਤ ਨਹੀਂ ਕਰ ਸਕਦੀ, ਤੇ ਉਹ ਫੇਰ ਤੋਂ ਡਰਨ ਲੱਗੀ। ਤੇ ਉਸ ਦੇ ਇਸੀ ਖੌਫ ਨੂੰ ਦੂਰ ਕਰਨ ਲਈ ਮੈਂ ਇੱਕ ਹੋਰ ਮੁਹਾਫਿਜ਼ ਉਸ ਦੇ ਗਲੇ ਵਿੱਚ ਲਟਕਾ ਦਿੱਤਾ, ਜਿਸ ਦੀ ਵਜ੍ਹਾ ਤੋਂ ਉਸ ਵਾਪਸ ਕੋਈ ਖੌਫ ਮਹਿਸੂਸ ਨਹੀਂ ਕੀਤਾ। ਸਮੀਨਾ ਬੇਗਮ ਨੇ ਸੱਚਾਈ ਬਿਆਨ ਕੀਤੀ, ਜਿਹੜਾ ਸੁਣ ਕੇ ਸਾਰਾ ਬੇਗਮ ਹੈਰਾਨੀ ਨਾਲ ਦੁਚਾਰ ਸੀ, ਤੇ ਬਾਹਰ ਖੜੀ ਜ਼ਰੀਸ਼ਾ ਨੇ ਬੇਇਖਤਿਆਰ ਆਪਣੇ ਗਲ ਵਿੱਚ ਮੌਜੂਦ ਧਾਗੇ ਨੂੰ ਹੱਥ ਲਾਇਆ, ਜਿਹੜਾ ਕਿ ਵਾਕਈ ਉਸ ਦਾ ਮੁਹਾਫਿਜ਼ ਸੀ।